ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਤੇ ਹੁਣ ਪ੍ਰੋਗਰਾਮ ਸ਼ੁਰੂ ਹੋ ਰਿਹਾ ਅੱਜ ਦੀ ਗੱਲ। ਅੱਜ ਦੀ ਗੱਲ ਤੁਸੀਂ ਪਹਿਲਾਂ ਵੀ ਦੇਖਦੇ ਰਹੇ ਹੋ। ਇਸ ਪ੍ਰੋਗਰਾਮ 'ਚ ਅਸੀਂ ਭਾਰਤ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਉਹਨਾਂ ਦੇ ਪ੍ਰੋਗਰਾਮਾਂ ਬਾਰੇ ਅਕਸਰ ਚਰਚਾ ਕਰਦੇ ਹਾਂ, ਪਰ ਅੱਜ ਅਸੀਂ ਇਹਨਾਂ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਅਮਰੀਕਾ ਤੇ ਮਿਸਰ ਦੇ ਦੌਰੇ ਬਾਰੇ ਚਰਚਾ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜੀ ਪਿਛਲੇ ਹਫ਼ਤੇ ਅਮਰੀਕਾ ਤੇ ਮਿਸਰ ਦੇ ਦੌਰੇ 'ਤੇ ਸੀ ਤੇ ਅਸੀਂ ਉਸੇ ਨੂੰ ਹੀ ਅੱਜ ਆਪਣਾ ਵਿਸ਼ਾ ਰੱਖਿਆ। ਵਿਸ਼ਾ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਤੇ ਮਿਸਰ ਦਾ ਦੌਰਾ, ਇੱਕ ਚਰਚਾ। ਇਸ ਚਰਚਾ 'ਚ ਭਾਗ ਲੈਣ ਲਈ ਮੇਰੇ ਕੋਲ ਦੋ ਮਹਿਮਾਨ ਆਏ ਨੇ। ਮੇਰੇ ਬਿਲਕੁਲ ਨਾਲ ਬੈਠੇ ਨੇ ਐਡਵੋਕੇਟ ਅਸ਼ੋਕ ਸਰੀਨ, ਜਿਹੜੇ ਬੀਜੇਪੀ ਦੇ ਮਹਾਮੰਤਰੀ ਨੇ ਜਲੰਧਰ ਦੇ ਤੇ ਪੰਜਾਬ ਦੇ ਬੀਜੇਪੀ ਦੇ ਬੁਲਾਰੇ ਨੇ। ਸਰੀਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੇਰੇ ਦੂਜੇ ਮਹਿਮਾਨ ਤੁਹਾਡੇ ਜਾਣੇ ਪਛਾਣੇ ਨੇ, ਬਹੁਤ ਸਾਰੇ ਪ੍ਰੋਗਰਾਮਾਂ 'ਚ ਤੁਸੀਂ ਇਹਨਾਂ ਨੂੰ ਦੇਖ ਚੁੱਕੇ ਹੋ। ਬੜੇ ਹੀ ਸੀਨੀਅਰ ਪੱਤਰਕਾਰ ਨੇ ਰਵਿੰਦਰ ਸਿੰਘ ਰੋਬਿਨ। ਰੋਬਿਨ ਜੀ, ਤੁਹਾਡਾ ਵੀ ਸਵਾਗਤ ਹੈ। ਰੋਬਿਨ ਜੀ ਬਾਰੇ ਇੱਕ ਗੱਲ ਦੱਸਾਂ ਕਿ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ 'ਤੇ ਜਾਂਦੇ ਆ, ਉਹਨਾਂ ਨਾਲ ਜਿਹੜੇ ਪੱਤਰਕਾਰਾਂ ਦੀ ਟੀਮ ਹੁੰਦੀ ਹੈ, ਅਕਸਰ ਰੋਬਿਨ ਜੀ ਉਹਨਾਂ ਦੇ ਨਾਲ ਹੁੰਦੇ ਆ। ਬਾਈ ਚਾਂਸ ਐਤਕੀ ਨਹੀਂ ਸੀਗੇ ਤੇ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ 'ਚ ਬੁਲਾ ਲਿਆ। ਸੋ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਝਲਕੀਆਂ ਆਈਆਂ ਨੇ ਅਮਰੀਕਾ ਤੇ ਮਿਸਰ ਦੇ ਦੌਰੇ ਦੀਆਂ। ਆਓ ਪਹਿਲਾਂ ਉਹ ਝਲਕੀਆਂ ਦੇਖ ਲੈਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਿਹਾਸਕ ਅਮਰੀਕਾ ਦੀ ਰਾਜਕੀ ਯਾਤਰਾ ਦੌਰਾਨ ਵਾਈਟ ਹਾਊਸ ਪੁੱਜਣ ਤੇ ਰਾਸ਼ਟਰੀ ਸਨਮਾਨ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਾਈਟ ਹਾਊਸ ਪੁੱਜਣ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਰਿਸ਼ਤਾ 21ਵੀਂ ਸਦੀ ਦੇ ਸਭ ਤੋਂ ਅਹਿਮ ਸਬੰਧਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਈਟ ਹਾਊਸ 'ਚ ਰਾਜਕੀ ਸਵਾਗਤ ਦੇ ਪਲਾਂ ਦੇ ਇੰਤਜ਼ਾਰ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆਏ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮੋਦੀ ਮੋਦੀ ਦੇ ਨਾਅਰੇ ਵੀ ਲਗਾਏ। ਵਾਈਟ ਹਾਊਸ ਦੇ ਸਾਊਥ ਲੋਨ ਵਿੱਚ ਪ੍ਰਧਾਨ ਮੰਤਰੀ ਦੇ ਸਵਾਗਤ ਤੋਂ ਪਹਿਲਾਂ ਇੱਕ ਬਾਲਕੋਨੀ 'ਚ ਭਾਰਤੀ ਮੂਲ ਦੀ ਲੜਕੀ ਨੇ ਬਾਲਣ ਵਾਦਨ ਕੀਤਾ। ਵਾਈਟ ਹਾਊਸ 'ਚ ਇੱਕ ਸਮੂਹ ਨੇ ਬਾਲੀਵੁੱਡ ਗੀਤ ਓਰੇ ਪੀਆ ਗਾਣਾ ਵੀ ਗਾਇਆ। ਮਿਸਰ ਦੀ ਆਪਣੀ ਪਹਿਲੀ ਯਾਤਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਹਿਰਾ 에ਅਰਪੋਰਟ ਤੇ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਂਡਬੋਲੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਪ੍ਰਧਾਨ ਮੰਤਰੀ ਕਾਹਿਰਾ ਸਥਿਤ ਹੋਟਲ ਪੁੱਜੇ ਤਾਂ ਉੱਥੇ ਮਿਸਰ ਦੀ ਇੱਕ ਬੇਟੀ ਨੇ ਹਿੰਦੀ 'ਚ ਗਾਣਾ ਗਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਸਪਸ਼ਟ ਹਿੰਦੀ ਉਚਾਰਨ ਤੋਂ ਪ੍ਰਧਾਨ ਮੰਤਰੀ ਬਹੁਤ ਪ੍ਰਭਾਵਿਤ ਹੋਏ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਨੇ ਕਾਹਿਰਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ ਦ ਨਾਈਲ ਨਾਲ ਸਨਮਾਨਿਤ ਕੀਤਾ। ਦੁਵੱਲੀ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਹਿਰਾ 'ਚ ਉਨ੍ਹਾਂ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਮਿਸਰ ਵਿੱਚ ਆਪਣਾ ਬਲੀਦਾਨ ਦਿੱਤਾ ਸੀ। ਹੈਲੀਓਪੋਲਿਸ ਜੰਗੀ ਯਾਦਗਾਰ 4000 ਭਾਰਤੀ ਸੈਨਿਕਾਂ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ। ਜੰਗੀ ਯਾਦਗਾਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 1000 ਸਾਲ ਪੁਰਾਣੀ ਮਸਜਿਦ ਅਲ ਹਾਕਿਮ ਦਾ ਦੌਰਾ ਵੀ ਕੀਤਾ। ਵਿਸ਼ਵ ਪ੍ਰਸਿੱਧ ਮਸਜਿਦ 11ਵੀਂ ਸਦੀ 'ਚ ਬਣੀ ਸੀ, ਪਰ ਬਾਅਦ ਵਿੱਚ ਇਹ ਢਹਿ ਢੇਰੀ ਹੋ ਗਈ। 1970 ਦੇ ਦਹਾਕੇ ਦੇ ਅੰਤ ਵਿੱਚ ਮਸਜਿਦ ਦੀ ਮੁੜ ਉਸਾਰੀ ਇੱਕ ਭਾਰਤੀ ਭਾਈਚਾਰੇ ਨੇ ਕਰਵਾਈ ਤੇ ਉਸ ਨੂੰ ਆਧੁਨਿਕ ਰੂਪ ਵੀ ਦਿੱਤਾ। ਉੱਥੇ ਹੀ ਪ੍ਰਧਾਨ ਮੰਤਰੀ ਮਿਸਰ ਦੇ ਬੌਧਿਕ ਵਰਗ, ਪ੍ਰਵਾਸੀ ਭਾਰਤੀਆਂ ਦੇ ਕਈ ਸਮੂਹਾਂ ਨਾਲ ਅਤੇ ਮਿਸਰ ਵਿੱਚ ਯੋਗ ਨੂੰ ਉਤਸ਼ਾਹਿਤ ਕਰਨ ਵਾਲਿਆਂ ਨਾਲ ਵੀ ਮੁਲਾਕਾਤ ਕਰਕੇ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਭਾਰਤ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਅਗਲੇ ਪੜਾਅ ਤੇ ਲਿਜਾਣ ਲਈ ਤਿਆਰ ਹੈ। ਮੁਲਾਕਾਤਾਂ ਦੇ ਸਿਲਸਿਲੇ 'ਚ ਇੱਕ ਅਹਿਮ ਮੁਲਾਕਾਤ ਗ੍ਰਾਂਡ ਮੁਫਤੀ ਡਾਕਟਰ ਸ਼ੌਕੀ ਇਬਰਾਹਿਮ ਅਬਦੇਲ ਕਰੀਮ ਆਲਮ ਨਾਲ ਰਹੀ। ਮੁਫਤੀ ਨੇ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਸਮਾਜਿਕ ਸਮਾਵੇਸ਼ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ, ਉੱਥੇ ਪ੍ਰਧਾਨ ਮੰਤਰੀ ਨੇ ਡਾਰ ਅਲ ਹਿਫਜ਼ਾ 'ਚ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਕਰਨ ਦੀ ਜਾਣਕਾਰੀ ਲਈ। ਇਸ ਤੋਂ ਇਲਾਵਾ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਂਡਬੋਲੀ ਨਾਲ ਗੋਲਮੇਜ਼ ਬੈਠਕ ਕੀਤੀ। ਉਨ੍ਹਾਂ ਨੇ ਮਿਸਰ ਦੇ ਵਪਾਰਕ ਭਾਈਚਾਰੇ ਦੇ ਕਈ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹਸਨ ਅਲਾਮ ਅਤੇ ਮਿਸਰ ਦੇ ਮਸ਼ਹੂਰ ਲੇਖਕ ਅਤੇ ਰਾਜਨੀਤਿਕ ਵਿਚਾਰਕ ਨਾਲ ਮੁਲਾਕਾਤ ਵੀ ਕੀਤੀ। ਦੋਵੇਂ ਦੇਸ਼ ਆਪਣੇ ਰਾਜਸੀ ਸਬੰਧਾਂ ਦੇ 75 ਵਰ੍ਹੇ ਪੂਰੇ ਕਰ ਚੁੱਕੇ ਨੇ ਅਤੇ ਭਾਰਤ ਮਿਸਰ ਨਾਲ ਰਣਨੀਤਿਕ ਸਾਂਝੇਦਾਰੀ ਕਰਕੇ ਇੱਕ ਨਵੀਂ ਸ਼ੁਰੂਆਤ ਕਰ ਰਿਹਾ ਹੈ। ਇਹ ਵਜ੍ਹਾ ਹੈ ਕਿ ਮਿਸਰ ਨੂੰ G20 ਸੰਮੇਲਨ ਵਿੱਚ ਇੱਕ ਮਹਿਮਾਨ ਦੇਸ਼ ਵਜੋਂ ਸੱਦਾ ਵੀ ਦਿੱਤਾ ਗਿਆ। ਉੱਥੇ ਹੀ ਪ੍ਰਧਾਨ ਮੰਤਰੀ ਨੇ ਦੇਸ਼ ਪਰਤਣ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਗੀਜ਼ਾ ਦੇ ਪਿਰਾਮਿਡ ਨੂੰ ਵੀ ਦੇਖਿਆ।
इन्हां खूबसूरत झलकियां तो सानू अमरीका ते मिस्र के दौरे की पूरी जानकारी हासिल हो गई है। तो आओ हुण इस बारे कुछ चर्चा भी करते हैं। मेरा सब तो पहला सवाल अशोक सरीन जी नूं। सरीन साहब, प्रधानमंत्री होरां दी अमरीका की इस फेरी का मकसद की सी? देखो, ਜਦੋਂ कोई देश के प्रधानमंत्री बनते हैं, कोई दूसरे मुल्क जाता है, उसका पहला टीचा ही होता है कि दोहां मुल्कों के विच जिहड़े संबंध है, संपर्क है, वो वधिया होवे और दोहां देशां नूं ਉਹਦਾ ਲਾਹਾ ਲੈ ਸਕਣ, ਉੱਥੇ ਦੀ ਜਨਤਾ ਨੂੰ ਲਾਭ ਹੋਵੇ। ਪਰ ਅਮਰੀਕਾ ਵਰਗਾ ਇੱਕ ਵਰਲਡ ਪਾਵਰ ਜਿਹੜਾ ਮੁਲਕ ਹੈ ਜਿਹਦੀ ਤੂਤੀ ਦੁਨੀਆ 'ਚ ਬੋਲਦੀ ਸੀ, ਅੱਜ ਇੱਕ ਸਮੇਂ ਉਹ ਵੀ ਸੀ ਕਿ ਜਦੋਂ ਨਰਿੰਦਰ ਮੋਦੀ ਜੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅੱਜ ਇੱਕ ਉਹ ਸਮੇਂ ਆਇਆ ਕਿ ਉਹਨਾਂ ਨੂੰ ਅਮਰੀਕਾ ਬੁਲਾਇਆ ਹੀ ਨਹੀਂ ਗਿਆ, ਵਾਈਟ ਹਾਊਸ 'ਚ ਉਹਨਾਂ ਦਾ ਕਾਰਜਕ੍ਰਮ ਰੱਖਿਆ ਗਿਆ, ਹਜ਼ਾਰਾਂ ਭਾਰਤੀਆਂ ਨੂੰ ਬੁਲਾਇਆ ਗਿਆ, 21 ਤੋਪਾਂ ਦੀ ਸਲਾਮੀ ਦਿੱਤੀ ਗਈ ਔਰ ਇਹੋ ਜਿਹਾ ਸਨਮਾਨ ਦਿੱਤਾ ਗਿਆ ਜਿਹੜਾ ਕਿ ਦੋਹੇ ਮੁਲਕਾਂ ਦੇ ਵਿੱਚ ਜਿਹੜੇ ਚਾਹੇ ਸਾਡੇ ਦੇਸ਼ 'ਚ ਅਮਰੀਕਨ ਰਹਿੰਦੇ ਆ, ਚਾਹੇ ਅਮਰੀਕਾ 'ਚ ਸਾਡੇ ਇੰਡੀਅਨ ਰਹਿੰਦੇ ਆ, ਉਹ ਦੋਨਾਂ ਦੇ ਲਈ ਇਹ ਜਿਹੜਾ ਸੀਗਾ ਗੌਰਵਸ਼ਾਲੀ ਪਲ ਸੀਗਾ। ਔਰ ਇਸ ਫੇਰੀ ਦੇ ਦੌਰਾਨ ਕਾਫੀ ਸਮਝੌਤੇ ਹੋਏ। ਜਿੱਦਾਂ ਸਾਡੇ ਉੱਥੇ NRI ਸੀਗੇ, ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਸੀਗੀਆਂ, ਚਾਹੇ ਉਹ ਸਾਡੀਆਂ ਐਮਬੈਸੀਆਂ ਨੂੰ ਲੈ ਕੇ ਸੀ ਜਾਂ ਕੋਈ ਲੰਬੇ ਪਿਛਲੇ ਸਮੇਂ ਤੋਂ ਚੱਲ ਰਹੇ ਆਏ ਉਹਨਾਂ ਦੇ ਰੁਕੇ ਹੋਏ ਕੰਮ ਜਿਹੜੇ ਸੀ, ਉਹ ਸੁਚਾਰੂ ਰੂਪ ਨਾਲ ਚੱਲ ਸਕਣ, ਉਹ ਜਿਹੜੇ ਹੈ ਲਾਗੂ ਹੋਏ। ਦੋਹਾਂ ਮੁਲਕਾਂ ਦੇ ਵਿੱਚ ਜਿਹੜਾ ਵੱਖ-ਵੱਖ ਤਰੀਕਿਆਂ ਦੇ ਸਮਝੌਤੇ ਹਥਿਆਰਾਂ ਨੂੰ ਲੈ ਕੇ ਹੋਏ ਜਾਂ ਹੋਰ ਤਰ੍ਹਾਂ ਦੇ, ਉਹਦੇ ਨਾਲ ਇਹੀ ਮਕਸਦ ਸੀਗਾ ਕਿ ਸਾਡੇ ਸੰਪਰਕ ਜਿਹੜੇ ਹੈ, ਸੰਬੰਧ ਹੋਰ ਮਜ਼ਬੂਤ ਹੋਣ, ਦੋਹੇ ਦੇਸ਼ਾਂ ਲਈ ਲਾਹੇਵੰਦ ਹੋਣ। ਔਰ ਇਹ ਤਾਂ ਸੁਭਾਵਿਕ ਹੈ ਕਿ ਜੇ ਏਡਾ ਵੱਡਾ ਮੁਲਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਏਡਾ ਵੱਡਾ ਸਨਮਾਨ ਦੇ ਰਿਹਾ, ਉਹਦਾ ਮਤਲਬ ਇਹ ਹੈ ਉਹਨਾਂ ਨੂੰ ਸਾਡੇ ਮੁਲਕ ਦੇ ਵਿੱਚ, ਸਾਡੇ ਮੁਲਕ ਦੇ ਨੇਤਰਤਵ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿੱਚ ਕੁਝ ਖਾਸ ਨਜ਼ਰ ਆਇਆ। ਔਰ ਇਸ ਲਈ ਇਹ ਜਿਹੜਾ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਅਮਰੀਕਾ ਦਾ ਇਸ ਵਾਰ ਦਾ ਜਿਹੜਾ ਦੌਰਾ ਹੈ, ਉਹ ਇੱਕ ਇਤਿਹਾਸਿਕ ਔਰ ਦੇਸ਼ ਦੀ ਪ੍ਰਗਤੀ ਵਾਲਾ ਸਾਬਤ ਹੋਏਗਾ। ਜੀ ਰੋਬਿਨ ਜੀ, ਤੁਹਾਨੂੰ ਮੈਂ ਸਵਾਲ ਪੁੱਛਾਂਗਾ ਕਿ ਕਿਹੜੇ-ਕਿਹੜੇ ਜਿਹੜੇ ਸਮਝੌਤੇ ਕੀਤੇ ਗਏ ਅਮਰੀਕਾ ਨਾਲ, ਉਹਨਾਂ ਦਾ ਭਾਰਤ ਨੂੰ ਕੀ ਫਾਇਦਾ ਹੋਣ ਵਾਲਾ? ਪ੍ਰਧਾਨ ਮੰਤਰੀ ਦੀ ਜਿਹੜੀ ਫੇਰੀ ਹੈ ਉਹ ਯੋਗਾ ਡੇ ਤੋਂ ਸ਼ੁਰੂ ਹੋਈ ਸੀ ਜੀ। ਯੋਗਾ ਡੇ ਉਹ ਵੀ ਯੂਨਾਈਟਿਡ ਨੇਸ਼ਨ ਜੀ ਔਰ ਇਹ ਕਨਵੇ ਭਾਰਤ ਦੀ ਜਿਹੜੀ ਦੇਣ ਨੂੰ, ਭਾਰਤ ਦੀ ਦੇਣ ਸਾਰੀ ਦੁਨੀਆ ਨੂੰ ਦੇਣਾ ਜੀ। ਸੋ ਸਭ ਤੋਂ ਪਹਿਲਾਂ ਤੇ ਉਹਦੇ ਤੋਂ ਸ਼ੁਰੂਆਤ ਹੋਈ ਸੀ, ਜਿਹਦੇ ਨਾਲ ਭਾਰਤ ਦਾ ਨਾਮ ਵੀ ਹੁੰਦਾ ਹੈ। ਮਤਲਬ ਮੋਦੀ ਨੇ ਆ ਕਿ ਯੋਗਾ ਦਿਵਸ ਅਮਰੀਕਾ ਜਾ ਕੇ ਮਨਾਇਆ ਸੀ। ਜੀ ਹਾਂ, ਇਸ ਤੋਂ ਪਹਿਲਾਂ ਯੂਨਾਈਟਿਡ ਨੇਸ਼ਨ 'ਚ ਸੁਸ਼ਮਾ ਸਵਰਾਜ ਔਰ ਜੇਤਲੀ ਜੀ ਵੀ ਉਦੋਂ ਗਏ ਸੀਗੇ ਜੀ। ਤੇ ਲੇਕਿਨ ਖਾਸ ਤੌਰ ਤੇ ਜਿਹੜਾ ਇਹ ਦੌਰਾ ਹੈਗਾ, ਇਹਨੂੰ ਇੱਕ ਸਟੇਟ ਵਿਜ਼ਿਟ ਸੀਗੀ ਜੀ ਪ੍ਰਾਈਮ ਮਿਨਿਸਟਰ ਦੀ, ਔਰ ਉਹ ਸਟੇਟ ਵਿਜ਼ਿਟ ਨੂੰ ਇੱਕ ਵੱਖਰੇ ਤਰੀਕੇ ਨਾਲ ਦੇਖਿਆ ਜਾਂਦਾ ਹੈ। ਖਾਸ ਤੌਰ ਤੇ ਜਦੋਂ ਅਮਰੀਕਾ ਵਿੱਚ ਇੱਕ ਇਹੋ ਜਿਹੇ ਮੁਲਕ ਜਾਓ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਹੈ ਕਿ ਉਹ ਦੁਨੀਆ ਦਾ ਵਨ ਆਫ ਦਾ ਸਟਰੋਂਗੈਸਟ ਮੁਲਕ ਹੈ, ਕਿਸੇ ਹੱਦ ਤੱਕ ਹੈ ਵੀ ਹੈ। ਜੀ ਹਾਂ, ਤੇ ਉਹਦੇ ਵਿੱਚ ਜਾ ਕੇ ਇਸ ਤਰ੍ਹਾਂ ਕਰਨਾ, ਔਰ ਭਾਰਤ ਦੇ ਨਾਲ ਜਿਹੜੇ ਰਿਲੇਸ਼ਨ ਨੇ ਅਮਰੀਕਾ ਦੇ ਉਤਾਰ ਚੜਾਅ ਵਾਲੇ ਰਹੇ ਨੇ, ਲੇਕਿਨ ਉਹਨਾਂ ਵਿੱਚ ਕੰਸਿਸਟੈਂਸੀ ਆਵੇ, ਅੱਗੋਂ ਦੀ ਉਹਦੇ ਵਿੱਚ ਹੋਰ ਪਰਪੱਕਤਾ ਆਵੇ, ਉਹ ਇੱਕ ਰੀਜ਼ਨ ਰਿਹਾ। ਲੇਕਿਨ ਉਸ ਦੌਰਾਨ ਜਦੋਂ ਵੀ ਕੋਈ ਪ੍ਰਧਾਨ ਮੰਤਰੀ, ਫੋਰਨ ਮਿਨਿਸਟਰ ਕਿਸੇ ਵੀ ਮੁਲਕ 'ਚ ਜਾਂਦੇ ਨੇ ਤੇ ਕੁਝ ਸਮਝੌਤੇ ਪਹਿਲਾਂ ਦੇ ਤੈਅ ਕੀਤੇ ਹੋਏ ਹੁੰਦੇ ਨੇ, ਔਰ ਸਿਰਫ ਸਹੀ ਪਾਣੀ ਹੁੰਦੀ ਜਾ ਕੇ। ਹਾਂ, ਲੇਕਿਨ ਇੰਨਾ ਈਜ਼ੀ ਵੀ ਨਹੀਂ ਹੁੰਦਾ। ਤੁਸੀਂ ਅਗਰ ਤਰਨਜੀਤ ਸਿੰਘ ਸੰਧੂ ਅੰਬੈਸਡਰ ਜਿਹੜੇ ਇਸ ਵੇਲੇ ਉੱਥੇ ਹੈਗੇ ਨੇ, ਇਸ ਤੋਂ ਪਹਿਲਾਂ ਉਹ ਅਮਰੀਕਾ ਵਿੱਚ ਕਈ ਸਾਲ, ਮੈਂ ਕਹਾਂ ਉਹਨਾਂ ਦਾ ਟੋਟਲ ਐਜ਼ ਏ ਅੰਬੈਸਡਰ ਕਰੀਅਰ ਵਿੱਚ ਸਭ ਤੋਂ ਜ਼ਿਆਦਾ ਸਮਾਂ ਉਹਨਾਂ ਨੇ ਉੱਥੇ ਬਿਤਾਇਆ ਵੱਖੋ ਵੱਖਰੀ ਪੋਸਟ ਤੇ ਉਹਨਾਂ ਦੀ ਅਗਰ ਵਿਜ਼ਟਰ ਡਾਇਰੀ ਦੇਖੋ, ਇੰਡੀਅਨ ਹਾਊਸ ਜਿਹੜਾ ਇੰਡੀਆ ਹਾਊਸ ਕਹਿੰਦੇ ਅਸੀਂ ਉਸਨੂੰ, ਜਿਹੜੀ ਸਾਡੀ ਅੰਬੈਸੀ ਉੱਥੇ ਹੈਗੀ ਇੰਡੀਆ ਦੀ, ਪਿਛਲੇ ਟਾਈਮ 'ਚ ਉਹਨਾਂ ਕੋਲ ਜਿੰਨੇ ਲੋਕ ਮਿਲਣ ਗਏ ਉਹਨਾਂ ਵਿੱਚ ਉਹ ਨਾਮ ਨੇ ਜਿਹੜੇ ਕਿ ਅਮਰੀਕਾ ਵਿੱਚ ਕਿਸੇ ਨਾ ਕਿਸੇ ਸੈਮੀ ਕੰਡਕਟਰ 'ਚ ਨੇ, ਰਕਸ਼ਾ ਸਮਝੌਤਿਆਂ 'ਚ ਨੇ, ਜਾਂ ਹੋਰ ਜਿੰਨੀ ਵੀ ਅਸੀਂ ਟ੍ਰੇਨਿੰਗ ਸੈਂਟਰਸ ਐਜੂਕੇਸ਼ਨ ਨੂੰ ਲੈ ਕੇ ਉਹ ਲੋਕ ਮਿਲੇ ਨੇ। ਸੋ ਇੱਕ ਬਹੁਤ ਲੰਬਾ ਅਰਸਾ ਲੱਗਾ ਉਸ ਸਮਝੌਤਿਆਂ ਤੱਕ ਪਹੁੰਚਣ ਲਈ। ਇੱਕ ਜੁਆਇੰਟ ਸਟੇਟਮੈਂਟ ਵੀ ਇੰਨੀ ਜਲਦੀ ਤਿਆਰ ਨਹੀਂ ਹੁੰਦੀ। ਉਹਨਾਂ ਸਮਝੌਤਿਆਂ ਵਿੱਚ ਮੁੱਖ ਤੌਰ 'ਤੇ ਅਸੀਂ ਟੈਕਨੋਲੋਜੀ ਨੂੰ ਲੈ ਕੇ ਦੇਖੀਏ ਤੇ ਸਭ ਤੋਂ ਜ਼ਿਆਦਾ ਸਮਝੌਤੇ ਟੈਕਨੋਲੋਜੀ ਵਿੱਚ 5G to 6G ਜਿਹੜਾ ਟੈਲੀਕਮਿਊਨੀਕੇਸ਼ਨ ਦੇ ਉੱਤੇ ਹੈ। ਜਿਹੜੇ ਲੜਾਕੂ ਜਹਾਜ਼ਾਂ ਦੇ ਇੰਜਨ ਜਿਹੜੇ ਆ ਉਹ ਇੱਥੇ ਇੰਡੀਆ 'ਚ ਬਣਨੇ, ਤਾਂ ਕਿ ਜਿਹੜੇ ਸਾਡੇ ਆਲਰੇਡੀ ਜਿਹੜੇ ਜਹਾਜ਼ ਨੇ ਉਹ ਹੋਰ ਸਟਰੋਂਗ ਹੋ ਸਕਣ। ਟੈਕਨੀਕ ਮੁਹੱਈਆ ਕਰਾਉਣਗੇ? ਟੈਕਨੀਕ ਵੀ ਹੈ ਜੀ, ਉਹਦੇ ਵਿੱਚ ਉਹ ਸਾਨੂੰ ਇੰਜਨ ਕਿਵੇਂ ਬਣਨਾ ਹੈ ਉਹ ਹੋ ਗਿਆ। ਉਹਦੇ ਇਲਾਵਾ ਜਿਹੜੇ ਸੈਮੀ ਕੰਡਕਟਰਸ ਦੇ $2 ਅਰਬ ਤੋਂ ਜ਼ਿਆਦਾ ਇਨਵੈਸਟਮੈਂਟ ਗੁਜਰਾਤ ਵਿੱਚ ਹੋਣੀ ਹੈ, ਕਿਉਂਕਿ ਜਿਹੜੀ ਸਿਲੀਕਨ ਵੈਲੀ ਹੈ ਅਮਰੀਕਾ ਦੀ, ਉਹ ਉਸਨੂੰ ਸਿਲੀਕਨ ਵੈਲੀ ਇਸੇ ਲਈ ਕਿਹਾ ਜਾਂਦਾ ਹੈ
ਕਿ ਉੱਥੇ ਸੈਮੀਕੰਡਕਟਰਸ ਤਿਆਰ ਹੁੰਦੇ ਨੇ ਜੀ ਔਰ ਦੌਰ ਵੀ ਉਹਦਾ ਆਉਣ ਵਾਲਾ ਸਮਾਂ ਵੀ ਉਹਦਾ ਹੀ ਹੈ ਤੇ ਉਹ ਤਿਆਰ ਹੋਣਗੇ ਇੰਡੀਆ ਵਿੱਚ। ਇਹਦੇ ਇਲਾਵਾ ਸੈਮੀਕੰਡਕਟਰਸ ਜਿਹੜੇ ਉੱਥੇ ਸਿਲੀਕਨ ਵੈਲੀ 'ਚ ਲੋਕ ਕੰਮ ਕਰਦੇ ਨੇ ਜ਼ਿਆਦਾਤਰ ਭਾਰਤੀ ਵਾਈਟ ਕਾਲਰ ਇੰਜੀਨੀਅਰਸ ਨੇ ਜਿਹੜੇ ਟੈਕਨੀਕਲ ਸਾਊਂਡ ਨੇ ਜੀ। ਉਹ ਹਾਲੀ ਵੀ ਅਮਰੀਕਾ ਨੂੰ 60,000 ਬੰਦਿਆਂ ਦੀ ਹੋਰ ਜ਼ਰੂਰਤ ਹੈ ਜੀ ਟੈਕਨੀਕਲ ਜਿਹੜੇ ਲੋਕ ਜਾਣਦੇ ਨੇ ਉਹਨਾਂ ਦੀ ਟ੍ਰੇਨਿੰਗ ਇੰਡੀਆ ਵਿੱਚ ਹੋਏਗੀ। ਇਸ ਤਰ੍ਹਾਂ ਦੇ ਪ੍ਰਪੋਜ਼ਲ ਨੇ। ਇਹ ਬਹੁਤ ਸਾਰੇ ਜਿਹੜੇ ਪ੍ਰਪੋਜ਼ਲ ਨੇ ਉਹਨਾਂ ਵਿੱਚੋਂ ਇੱਕ ਸਿੱਟਾ ਇਹ ਵੀ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਸੈਨਿਆ ਤੌਰ ਤੇ ਇੱਕ ਆਰਮਰ ਤੌਰ ਤੇ ਉਹਨੂੰ ਸਟਰੋਂਗ ਹੋਰ ਕਰਨਾ। ਲੇਕਿਨ ਭੱਟੀ ਸਾਹਿਬ ਇਹਦੇ ਵਿੱਚ ਮੈਂ ਇੱਕ ਜ਼ਿਕਰ ਕਰ ਦਵਾਂ ਭਾਰਤ ਦਾ ਜਿਹੜੀ ਭੂਮਿਕਾ ਰਹੇਗੀ ਜਾਂ ਭਾਰਤ ਜੋ ਹੁਣ ਤੱਕ ਨਜ਼ਰ ਆ ਰਿਹਾ ਭਾਰਤ ਇੱਕ ਪਕਸ਼ ਵੱਲ ਖੜਾ ਆਪਣੇ ਆਪ ਨੂੰ ਨਜ਼ਰ ਨਹੀਂ ਦਿਖਾਉਣਾ ਚਾਹੁੰਦਾ। ਦੂਸਰਾ ਉਹ ਇਹ ਵੀ ਨਹੀਂ ਦਿਖਾਉਣਾ ਚਾਹੁੰਦਾ ਕਿ ਉਹ ਕਿਸੇ ਦਾ ਸਬਆਰਡੀਨੇਟ ਹੈ। ਅਮਰੀਕਾ ਤਗੜਾ ਹੋਏਗਾ ਆਪਣੇ ਘਰ ਹੋਏਗਾ ਭਾਰਤ ਵੀ ਆਪਣੇ ਤੌਰ ਤੇ ਇੱਕ ਬਹੁਤ ਵੱਡੀ ਸ਼ਕਤੀ ਹੈ। ਸੋ ਅਮਰੀਕਾ ਦੇ ਨਾਲ ਰਿਲੇਸ਼ਨ ਦੇ ਉਤਾਰ ਚੜਾਵ ਦੇ ਰੀਜ਼ਨ ਵੀ ਆਈ ਰਹੇ ਨੇ। ਜੇ ਨਿਊਕਲੀਅਰ ਸਮਿਟ ਦੀ ਸਾਡੇ ਨਾਲ ਡਾਕਟਰ ਮਨਮੋਹਨ ਸਿੰਘ ਗੱਲ ਕਰਕੇ ਆਏ ਸੀਗੇ ਉਸ ਤੋਂ ਬਾਅਦ ਉਹਦਾ ਕੁਝ ਸਲੋ ਡਾਊਨ ਵੀ ਹੋਇਆ। ਅਮਰੀਕਾ ਸ਼ਾਇਦ ਸੋਚਦਾ ਹੋਏਗਾ ਕਿ ਅਸੀਂ ਇਹਨਾਂ ਨੂੰ ਇਹ ਟੈਕਨੋਲੋਜੀ ਦਿੱਤੀ ਹੈ ਤੇ ਸਾਡੇ ਥੱਲੇ ਲੱਗ ਗਏ। ਐਵੇਂ ਨਹੀਂ ਹੋਇਆ। ਉਦੋਂ ਉਸ ਤੋਂ ਬਾਅਦ ਸਾਡੀ ਰਿਸਪੌਂਸ ਸਲੋ ਸੀਗੀ। ਹੁਣ ਵੀ ਭਾਰਤ ਦੀ ਰਿਸਪੌਂਸ ਆਪਣੇ ਤੌਰ ਤੇ ਰਹੇਗੀ ਕਿਉਂਕਿ ਇੱਕ ਪਾਸੇ ਰਸ਼ੀਆ ਵੀ ਹੈ ਜਿਹਦੇ ਨਾਲ ਬੜੇ ਪੁਰਾਣੇ ਸੰਬੰਧ ਨੇ। ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਇੱਕ ਬੈਲੈਂਸ ਫੇਰੀ ਹੈ। ਸ੍ਰੀ ਸਾਹਿਬ ਤੁਸੀਂ ਜਦੋਂ ਗੱਲ ਕਰ ਰਹੇ ਸੀਗੇ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਵੀਜ਼ੇ ਬਾਰੇ ਗੱਲਬਾਤ ਮੈਂ ਇਹ ਸੁਣਿਆ ਕਿ ਜਿਹੜਾ H1B ਵੀਜ਼ਾ ਉਹਦੇ ਬਾਰੇ ਪ੍ਰਧਾਨ ਮੰਤਰੀ ਜੀ ਨੇ ਕੋਈ ਵਿਸ਼ੇਸ਼ ਐਲਾਨ ਕੀਤਾ ਉਹਦੇ ਬਾਰੇ ਥੋੜੀ ਦੱਸੋ। ਇਹ ਜਿਹੜੇ ਉੱਥੇ ਵੀਜ਼ੇ H1B ਜਿਹੜੇ ਵੀਜ਼ੇ ਸੀਗੇ ਉਹ ਇੱਕ ਤੈਅ ਮਿੱਥੇ ਸਮੇਂ ਲਈ ਹੁੰਦੇ ਸੀਗੇ ਤੇ ਉਹਦੇ ਲਈ ਜਿਹੜੇ ਸਾਡੇ ਵਿਦੇਸ਼ਾਂ 'ਚ ਬਸੇ ਜਿਹੜੇ ਭਾਰਤੀਏ ਸੀਗੇ ਉਹਨਾਂ ਨੂੰ ਵਾਪਸ ਅਮਰੀਕਾ ਤੋਂ ਆਉਣਾ ਪੈਂਦਾ ਸੀਗਾ ਉਸ ਵੀਜ਼ੇ ਨੂੰ ਲੈਣ ਦੇ ਲਈ ਜਿਹਦੇ ਕਰਕੇ ਖਰਚਾ ਆਉਂਦਾ ਸੀ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਪਹਿਲਾਂ ਉੱਥੇ ਇਦਾਂ ਦੀ ਪ੍ਰੋਵੀਜ਼ਨ ਹੀ ਨਹੀਂ ਸੀਗੀ ਜਿਹਦੇ ਕਰਕੇ ਸਾਡੇ ਕਿਉਂਕਿ ਪੂਰੇ ਦੇਸ਼ ਵਰਲਡ ਦੇ ਅੰਦਰ ਤਾਂ ਪੰਜਾਬੀ ਖਾਸ ਕਰ ਮੈਂ ਸਮਝਦਾ ਪੰਜਾਬੀਆਂ ਨੂੰ ਇਹਦਾ ਬਹੁਤ ਲਾਭ ਸਾਨੂੰ ਫਾਇਦਾ ਹੋਇਆ ਕਿਉਂਕਿ ਜੇ ਇੰਡੀਅਨ ਗਏ ਨਾ ਜ਼ਿਆਦਾ ਪੰਜਾਬੀ ਗਏ ਹੁੰਦੇ। ਦੇਖੋ ਪੂਰੀ ਦੁਨੀਆ 'ਚ ਕੋਈ ਇਹੋ ਜਿਹਾ ਮੁਲਕ ਨਹੀਂ ਹੈ ਜਿੱਥੇ ਪੰਜਾਬੀ ਨਹੀਂ ਹੈ ਔਰ ਅਮਰੀਕਾ ਜਿੱਥੇ ਖਾਸ ਕਰਕੇ ਅੱਜ ਅਸੀਂ ਬੈਠੇ ਹਾਂ ਦੁਆਬਾ ਤੇ ਦੁਆਬੇ 'ਚ ਕਹਿੰਦੇ ਆ ਜਿੱਦਾਂ ਘਰ 'ਚ ਮਰਸੀਡੀਜ਼ ਗੱਡੀ ਆ ਜਾਵੇ ਤੇ ਉਹ ਹੁੰਦਾ ਤੇ ਅਮਰੀਕਾ ਵਰਗੇ ਮੁਲਕ 'ਚ ਜਾਣਾ ਉਹ ਇੱਕ ਮਰਸੀਡੀਜ਼ ਕਾਰ ਵਰਗਾ ਸੁਪਨਾ ਹੀ ਹੁੰਦਾ। ਅੱਜ ਵੀ ਲੋਕ ਕਈ ਜਾਣ ਦੇ ਲਈ ਇੱਕ ਸੁਪਨਾ ਔਰ ਜਿਹੜੇ ਵਪਾਰਿਕ ਤੌਰ ਤੇ ਜਾਂਦੇ ਸੀ ਜਾਂ ਐਜੂਕੇਸ਼ਨ ਤੌਰ ਤੇ ਇੱਕ ਜਿਹੜੇ ਵੀਜ਼ੇ ਦੇ ਵਿੱਚ ਪ੍ਰੋਵੀਜ਼ਨ ਸੀਗੀ ਉਹਨਾਂ ਨੂੰ ਇੱਕ ਤੈਅ ਮਿੱਥੇ ਸਮੇਂ ਦੇ ਮੁਤਾਬਕ ਵਾਪਸ ਆਉਣਾ ਪੈਂਦਾ ਸੀ। ਜਿਹੜੀ ਇਹ ਉਹਨਾਂ ਦੀ ਪਰੇਸ਼ਾਨੀ ਸੀਗੀ ਇਹ ਸਭ ਤੋਂ ਵੱਡਾ ਮੈਂ ਸਮਝਦਾ ਉਹਨਾਂ ਨੂੰ ਤੋਹਫਾ ਦਿੱਤਾ ਹੈ ਨਰਿੰਦਰ ਮੋਦੀ ਜੀ ਨੇ ਜਾ ਕੇ ਉੱਥੇ ਕਿ ਹੁਣ ਉਹਨਾਂ ਨੂੰ ਵਾਪਸ ਨਹੀਂ ਆਉਣਾ ਪਏਗਾ ਉੱਥੇ ਹੀ ਉਹਨਾਂ ਦਾ ਵੀਜ਼ਾ ਐਕਸਟੈਂਡ ਹੋਏਗਾ। ਉਹਦੇ ਨਾਲ ਕੇਵਲ ਇੰਨਾ ਹੀ ਫਰਕ ਨਹੀਂ ਪਿਆ ਉੱਥੇ ਦੀ ਸਰਕਾਰ ਨੂੰ ਵੀ ਇਹ ਪਤਾ ਲੱਗਿਆ ਕਿ ਜਿਹੜੇ ਵਿਦੇਸ਼ਾਂ 'ਚ ਬਸੇ ਸਾਡੇ ਪੰਜਾਬੀ ਹੈ ਜਾਂ ਦੇਸ਼ ਹਿੰਦੁਸਤਾਨੀ ਹੈ ਇੰਡੀਅਨਸ ਦੇ ਉੱਤੇ ਉਹਨਾਂ ਦੀ ਸਰਕਾਰ ਕਦਮ ਕਦਮ ਤੇ ਉਹਨਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੀ ਚਿੰਤਾ ਕਰ ਰਹੀ ਹੈ ਔਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਸਮੱਸਿਆ ਸਮਝ ਕੇ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਉਹ ਕੰਮ ਕਰ ਰਹੀ ਹੈ। ਇਸੇ ਹੀ ਕੜੀ 'ਚ ਤੁਸੀਂ ਪਿੱਛੇ ਨਾਲ ਇਸ ਲਈ ਤਾਂ ਗੱਲ ਜੋੜ ਰਹੇ ਹੈ ਕਿ ਮੋਦੀ ਜੀ ਨਾਲ ਜੁੜੀ ਹੈ 700 ਪੰਜਾਬੀ ਬੱਚੇ ਜਿਹੜੇ ਪੰਜਾਬ ਦੇ ਕੈਨੇਡਾ 'ਚ ਫਸੇ ਹੋਏ ਸੀ ਉਹਦੇ ਲਈ ਅਸੀਂ ਵੀ ਪੰਜਾਬ ਤੋਂ ਪ੍ਰਯਾਸ ਕੀਤਾ। ਅਸੀਂ ਆਪਣੇ ਮੀਨਾਕਸ਼ੀ ਲੇਖੀ ਜੀ ਨਾਲ ਜੈ ਸ਼ੰਕਰ ਜੀ ਨਾਲ ਗੱਲ ਕੀਤੀ ਤੇ ਦੇਖੋ ਉਹਨਾਂ ਦਾ ਉੱਥੇ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਗੱਲ ਕਰਨ ਦੇ ਨਾਲ ਉਹਨਾਂ ਨੂੰ ਫੌਰੀ ਤੌਰ ਤੇ ਹਲੇ ਸਿਰਫ ਕੀ ਕਹਿੰਦੇ ਉਹਨਾਂ ਨੂੰ ਰਿਲੀਫ ਮਿਲੀ ਹੈ ਔਰ ਇਹ ਰਾਹਤ ਮਿਲੀ ਹੈ ਕੁਝ ਟਾਈਮ ਲਈ। ਇਹਦੇ ਲਈ ਇਹ ਹੈ ਕਿ ਜਦੋਂ ਸਰਕਾਰਾਂ ਆਪਣਾ ਨਿੱਜੀ ਫਰਜ਼ ਸਮਝਣ ਕਿ ਜਨਤਾ ਦੇ ਪ੍ਰਤੀ ਸਾਡੀ ਜਵਾਬਦੇਹੀ ਹੈ ਜਨਤਾ ਦਾ ਅਸੀਂ ਕੰਮ ਕਰਨਾ ਹੈ ਤਾਂ ਉਹਦੇ ਜਿਹੜੇ ਹੈ ਬੈਟਰ ਰਿਜ਼ਲਟਸ ਆਉਂਦੇ ਤੇ ਉਹੀ ਇਹ ਜਿਹੜਾ ਵੀਜ਼ੇ ਦੀ ਜਿਹੜੀ ਜਿਹੜਾ ਇਹਨਾਂ ਨੂੰ ਦਿੱਤਾ ਹੈ H1 ਜਿਹੜਾ ਵੀਜ਼ੇ ਦੇ ਵਿੱਚ ਰਿਲੀਫ ਦਿੱਤੀ ਹੈ ਉਹ ਮੈਂ ਸਮਝਦਾ ਸਰਕਾਰ ਦੀ ਜ਼ਿੰਮੇਵਾਰੀ ਸੀ। ਬਹੁਤ ਦੇਰ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਨਰਿੰਦਰ ਮੋਦੀ ਜੀ ਨੇ ਕੀਤਾ ਉਹਦਾ ਅੱਜ ਸਾਰੇ ਪੰਜਾਬੀ ਸਵਾਗਤ ਕਰ ਰਹੇ ਹਨ। ਬੇਸਿਕਲੀ ਜਿਹੜਾ H1B ਵੀਜ਼ਾ ਕੋਵਿਡ ਦੇ ਟਾਈਮ ਵਿੱਚ ਅਮਰੀਕਨ ਗਵਰਨਮੈਂਟ ਨੇ ਰਿਲੈਕਸੇਸ਼ਨ ਦਿੱਤੀਆਂ ਸੀਗੀਆਂ ਉਸ ਟਾਈਮ ਨੂੰ ਉਹ ਸਮਝੇ ਨੇ ਕਿ ਇਸ ਤਰ੍ਹਾਂ ਵੀ ਹੋ ਸਕਦਾ। ਹਾਲੀ ਉਹਦੇ ਵਿੱਚ ਕਲੂ ਮਿਲ ਗਿਆ ਉਹਨਾਂ ਨੂੰ ਹਾਲੀ ਉਹਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਆਏਗਾ ਅਗਰ ਉਹ ਸਕਸੈਸਫੁਲ ਹੋ ਜਾਂਦਾ ਹੈ ਤੇ ਫਿਰ ਇਹਨੂੰ ਕੰਟੀਨਿਊ ਕੀਤਾ ਜਾਏਗਾ। ਰੋਬਿਨ ਜੀ ਅਕਸਰ ਸਾਡੀ ਧਾਰਨਾ ਬਣੀ ਹੁੰਦੀ ਸੀ ਪਹਿਲਾਂ ਕਿ ਜਿਹੜਾ ਅਮਰੀਕਾ ਹੈ ਉਹ ਪਾਕਿਸਤਾਨ ਦਾ ਬਹੁਤ ਨੇੜੇ ਦਾ ਸਾਥੀ ਹੈ। ਹੁਣ ਅੱਜ ਕੱਲ੍ਹ ਜਿਹੜਾ ਅਮਰੀਕਾ ਹੈ ਉਹ ਸਾਡੇ ਨਾਲ ਭਾਰਤ ਨਾਲ ਆਪਣੀ ਦੋਸਤੀ ਬਣਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਅਮਰੀਕਾ ਇੰਡੋ ਪੈਸੀਫਿਕ ਜਿਹੜਾ ਏਰੀਆ ਹੈ ਇਸ ਨੂੰ ਸਟਰੋਂਗ ਕਰਨਾ ਚਾਹੁੰਦਾ ਹੈ, ਇੰਡੀਆ ਦਾ ਨਾਂ ਲੈਂਦਾ ਹੈ ਔਰ ਖਾਸ ਤੌਰ ਤੇ ਚਾਈਨਾ ਨੂੰ ਇੱਕ ਉੱਭਰਦੀ ਤਾਕਤ ਦੇ ਤੌਰ ਤੇ ਦੇਖਦਾ ਹੈ ਔਰ ਉਸ ਨੂੰ ਸਟੈਟਲ ਕਰਨਾ ਚਾਹੁੰਦਾ। ਜਿਹੜੀ ਗੱਲ ਤੁਸੀਂ ਕੀਤੀ ਕਿ ਪਾਕਿਸਤਾਨ ਨੂੰ ਨੇੜਤਾ ਉਹਦੀ ਨੇੜਤਾ ਪਹਿਲਾਂ ਵੀ ਸੀ, ਨੇੜਤਾ ਹੁਣ ਵੀ ਹੈ ਨੇੜਤਾ ਬਿਲਕੁਲ ਹੈਗੀ ਹੈ। ਔਰ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਨਾਲ ਇਹ ਜ਼ਰੂਰ ਹੈ ਕਿ ਉਹਨਾਂ ਨੇ ਅੰਕੁਸ਼ ਜ਼ਰੂਰ ਲਾਏ ਹੋਣਗੇ, ਗੱਲਾਂ ਜ਼ਰੂਰ ਕਰਦੇ ਨੇ, ਲੇਕਿਨ ਇਮਦਾਦ ਹਾਲੀ ਵੀ ਹੈ। ਜਦੋਂ ਅਮਰੀਕਾ ਪਾਕਿਸਤਾਨ ਦੇ ਨਜ਼ਦੀਕ ਸੀਗਾ, ਜਦੋਂ ਬਹੁਤ ਪੈਸਾ ਪਾਕਿਸਤਾਨ ਨੂੰ ਜਾਂਦਾ ਸੀ, ਇਹ ਕਹਿ ਕੇ ਜਾਂਦਾ ਸੀ ਕਿ ਤੁਸੀਂ ਟੈਰੋਰਿਜ਼ਮ ਦੇ ਖਿਲਾਫ ਲੜਨਾ ਹੈ, ਖਾਸ ਤੌਰ ਤੇ ਜਦੋਂ ਅਫਗਾਨਿਸਤਾਨ ਵਾਲੇ ਪਾਸੇ ਟੈਰੋਰਿਜ਼ਮ ਦੀ ਇੰਟਰਪ੍ਰੀਟੇਸ਼ਨ ਉੱਥੇ ਉਹਨਾਂ ਨੂੰ ਲੋੜ ਸੀਗੀ, ਲੇਕਿਨ ਉਹ ਪੈਸਾ ਸਮਝਿਆ ਜਾਂਦਾ ਕਿ ਭਾਰਤ ਦੇ ਖਿਲਾਫ ਵਰਤਿਆ ਗਿਆ ਔਰ ਉਹ ਪਾਕਿਸਤਾਨ ਨੇ ਉਹਨਾਂ ਲੋਕਾਂ ਨੂੰ ਸਪੋਰਟ ਕੀਤੀ। ਪਾਕਿਸਤਾਨ ਦੀ ਧਰਤੀ ਵਰਤੀ ਗਈ, ਭਾਵੇਂ ਉਹ ਬੰਬੇ ਅਟੈਕ ਸੀਗਾ, ਮੁੰਬਈ ਅਟੈਕ ਸੀ ਜਾਂ ਪਾਰਲੀਮੈਂਟ ਤੇ ਅਟੈਕ ਸੀ ਜਾਂ ਕਸ਼ਮੀਰ ਵਿੱਚ ਉਹ ਕੁਛ ਨਾ ਕੁਛ ਕਰਦੇ ਰਹਿੰਦੇ, ਮਿਲਦਾ ਰਹਿੰਦਾ, ਇਸ ਤਰ੍ਹਾਂ ਦੇ ਐਵੀਡੈਂਸਿਸ ਮਿਲਦੇ ਨੇ। ਅਮਰੀਕਾ ਨੇ ਇਹ ਰਿਅਲਾਈਜ਼ ਜ਼ਰੂਰ ਕੀਤਾ, ਲੇਕਿਨ ਦੂਸਰੇ ਪਾਸੇ ਪਾਕਿਸਤਾਨ ਦੀ ਨੇੜਤਾ ਚਾਈਨਾ ਦੇ ਨਾਲ ਬਹੁਤ ਜ਼ਿਆਦਾ ਹੈ। ਸ਼ਾਇਦ ਅਮਰੀਕਾ ਉਸ ਬੈਲੈਂਸ ਨੂੰ, ਆਪਣੀ ਰਿਲੇਸ਼ਨ ਦੇ ਬੈਲੈਂਸ ਰੱਖਣਾ ਚਾਹੁੰਦਾ ਤੇ ਇਸ ਕਰਕੇ ਇੰਡੀਆ ਦੇ ਉੱਤੇ ਇੰਡੀਆ ਨੂੰ ਇਸ ਤਰ੍ਹਾਂ ਦੇ ਪ੍ਰਲੋਭਨ ਦਿੰਦਾ, ਲੇਕਿਨ ਮੈਂ ਸਮਝਦਾ ਇੰਡੀਆ ਉਹਨਾਂ ਪ੍ਰਲੋਭਨਾਂ 'ਚ ਨਹੀਂ ਆਉਣ ਵਾਲਾ ਔਰ ਉਹ ਆਪਣੇ ਤਰੀਕੇ ਚੱਲੇਗਾ। ਪਾਕਿਸਤਾਨ ਦੇ ਨਾਲ ਜਿਹੜੀ ਨੇੜਤਾ ਹੈ ਉਹ ਰਹੇਗੀ ਕਿਉਂਕਿ ਬੜੀ ਸਟ੍ਰੈਟੇਜਿਕ ਪਲੇਸ ਹੈ, ਅਫਗਾਨਿਸਤਾਨ ਨੂੰ ਛੱਡ ਕੇ ਗਿਆ ਹੈ ਅਮਰੀਕਾ ਔਰ ਨੈਟੋ ਫੋਰਸਿਸ, ਸੋ ਉਹਨਾਂ ਨੇ ਉਸ ਏਰੀਆ ਨੂੰ ਵੀ ਦੇਖਣਾ ਹੈ ਔਰ ਭਾਰਤ ਉਹਨਾਂ ਲਈ ਇੱਕ ਬਹੁਤ ਵੱਡੀ ਆਬਾਦੀ ਹੈ, ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਬਣ ਗਿਆ, ਬੜੀ ਵੱਡੀ ਭਾਰਤ ਕੋਲੋਂ ਇਸ ਵੇਲੇ ਕੰਜ਼ਪਸ਼ਨ ਹੈ। ਅਮਰੀਕਾ ਦੇ ਨਾਲ ਭਾਰਤ ਨਾਲ ਵਪਾਰ ਜਿਹੜਾ 100 ਮੇਰੇ ਖਿਆਲ 150 ਅਰਬ ਤੋਂ ਜ਼ਿਆਦਾ ਡਾਲਰ, ਇਕਨੋਮੀ ਡਬਲ ਹੋ ਗਿਆ ਹੈ ਵਪਾਰ। ਸੋ ਅਮਰੀਕਾ ਜ਼ਰੂਰ ਉਸ ਨਜ਼ਰੀਏ ਨਾਲ ਦੇਖ ਰਿਹਾ ਹੈ। ਪਾਕਿਸਤਾਨ ਨਾਲ ਇਹ ਨਹੀਂ ਕਿ ਉਹਨਾਂ ਨੇ ਵਿਗਾੜ ਲੈਣੀ ਹੈ, ਅਮਰੀਕਾ ਹਾਲੀ ਵੀ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ ਚੱਲਦਾ, ਭਾਵੇਂ ਉੱਥੇ ਤਾਨਾਸ਼ਾਹ ਵੀ ਬੈਠੇ ਹੋਣ। ਅਮਰੀਕਾ ਦੀ ਸਟ੍ਰੈਟਜੀ ਡਿਫਰੈਂਟ ਹੈ। ਅਸ਼ੋਕ ਜੀ, ਤੁਸੀਂ ਹੁਣ ਕਲਿੱਪਸ ਵੀ ਦੇਖੇ ਹੈ, ਮੋਦੀ 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 ਬਹੁਤ ਜ਼ਿਆਦਾ ਵੱਡੇ ਤੌਰ ਤੇ ਸਵਾਗਤ ਕੀਤਾ ਗਿਆ ਲੋਕਾਂ ਵੱਲੋਂ ਵੀ, ਤੇ ਜਦੋਂ ਵਾਈਟ ਹਾਊਸ 'ਚ ਗਏ ਪ੍ਰਧਾਨ ਮੰਤਰੀ ਉੱਥੇ ਵੀ ਬਹੁਤ ਜ਼ਿਆਦਾ ਸਵਾਗਤ ਹੋਇਆ। ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ? ਦੇਖੋ, ਇਹ ਕੇਵਲ ਮੋਦੀ ਜੀ ਦਾ ਮਾਣ ਨਹੀਂ ਹੈ, ਜਿੱਦਾਂ ਤੁਸੀਂ ਕਿਹਾ ਸਾਡੇ ਲਈ, ਸਾਡੇ ਹਿੰਦੁਸਤਾਨੀਆਂ ਲਈ। ਕੋਈ ਅੱਜ ਮੋਦੀ ਜੀ ਨੂੰ ਬੌਸ ਕਹਿ ਰਿਹਾ ਹੈ, ਕੋਈ ਅੱਜ ਮੋਦੀ ਜੀ ਦੇ ਵਿਦੇਸ਼ਾਂ 'ਚ ਪੈਰੀ ਹੱਥ ਲਾ ਕੇ ਇੱਕ ਮਾਨ ਸਤਿਕਾਰ ਦੇਣ ਦੀ ਗੱਲ ਕਰ ਰਿਹਾ ਹੈ ਦੂਜੇ ਮੁਲਕ ਦਾ ਨੇਤਾ। ਔਰ ਇਸ ਤੋਂ ਪਹਿਲਾਂ ਬ੍ਰਿਟਨ ਜੀ ਨੇ ਇਹ ਵੀ ਕਿਹਾ ਸੀਗਾ ਕਿ ਤੁਹਾਡੇ ਪ੍ਰੋਗਰਾਮ ਲਈ ਜਿਹੜੀਆਂ ਮੈਂ ਟਿਕਟਸ ਰੱਖੀਆਂ ਉਹ ਟਿਕਟਸ ਖਤਮ ਹੋ ਗਈਆਂ, ਯੂ ਆਰ ਦਾ ਰੀਅਲ ਲੀਡਰ। ਔਰ ਇਹ ਮਾਣ ਕਿਉਂ ਵਧਿਆ? ਇਹ ਮਾਣ ਇਸ ਲਈ ਵਧ ਰਿਹਾ ਕਿ ਸਾਡੀ ਪੋਜ਼ਿਟਿਵ ਸੋਚ ਹੈ, ਇੱਕ ਵਿਜ਼ਨ ਦੇ ਨਾਲ ਕੰਮ ਕਰ ਰਹੇ ਹੋ। ਨਰਿੰਦਰ ਮੋਦੀ ਜੀ ਨੇ ਅੱਜ ਦਾ ਵੀ ਆਪਣਾ ਜਿਹੜਾ ਭਾਸ਼ਣ ਕੀਤਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਤੁਸ਼ਟੀਕਰਨ ਦੀ ਰਾਜਨੀਤੀ ਨਹੀਂ, ਅਸੀਂ ਸੰਤੁਸ਼ਟੀਕਰਨ ਵੱਲ ਜਾਣਾ। ਉਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸੰਤੁਸ਼ਟ ਕਰੀਏ, ਆਪਾਂ ਆਪਣੇ ਲੋਕਾਂ ਦੀ ਸੇਵਾ ਕਿੱਦਾਂ ਕਰ ਸਕਦੇ ਹਾਂ, ਆਪਾਂ ਆਪਣੇ ਲੋਕਾਂ ਦੇ ਕੰਮ ਕਿੱਦਾਂ ਆ ਸਕਦੇ ਹਾਂ ਔਰ ਦੂਸਰੇ ਮੁਲਕਾਂ ਦੇ ਨਾਲ ਅਸੀਂ ਸੰਪਰਕਾਂ ਨੂੰ ਸੰਬੰਧਾਂ 'ਚ ਬਦਲੀਏ। ਔਰ ਜਿਸ ਤਰ੍ਹਾਂ ਮੇਰੇ ਨਾਲ ਦੇ ਸਾਥੀ ਨੇ ਕਿਹਾ ਕਿ ਭਾਰਤ ਦੀ ਇੱਡੀ ਵੱਡੀ ਆਪਣੀ ਮਾਰਕੀਟ ਨੂੰ ਸ਼ੋਅ ਕੀਤਾ। ਦੇਖੋ, ਬਿਲਕੁਲ ਸਹੀ ਗੱਲ ਹੈ ਕਿ ਇਹ ਭਾਰਤ ਦੀ ਆਬਾਦੀ ਕੋਈ ਇਹਨਾਂ 8-9 ਸਾਲਾਂ 'ਚ ਤਾਂ ਵਧੀ ਨਹੀਂ, ਇਹ ਪੁਰਾਣੀ ਸੀ, ਠੀਕ ਹੈ, ਉਹਦੇ 'ਚ ਇਜ਼ਾਫਾ ਹੋਇਆ ਹੋਏਗਾ, ਬਟ ਉਸ ਗਰੋਥ ਨਾਲ ਨਹੀਂ ਵਧੀ। ਪਰ ਉਸ ਕੰਜ਼ਪਸ਼ਨ ਨੂੰ ਕਿ ਅਹਿਸਾਸ ਕਰਾਉਣ ਲਈ, ਦਰਸਾਉਣ ਲਈ, ਵਿਦੇਸ਼ਾਂ ਦੇ ਦਿਮਾਗ 'ਚ ਗੱਲ ਪਾਉਣ ਲਈ ਕਿ ਹਿੰਦੁਸਤਾਨ ਇੱਕ ਤੁਹਾਡੇ ਲਈ ਵਪਾਰ ਦੀ ਬਹੁਤ ਵੱਡੀ ਮੰਡੀ ਹੈ। ਸਾਡੇ ਨਾਲ ਜਦੋਂ ਆਪੇ ਉਹ ਵਪਾਰ ਵਧਣਗੇ, ਸਾਡੇ ਲੋਕਾਂ ਦੇ ਰੋਜ਼ਗਾਰ ਵਧਣਗੇ। ਜੇ ਅੱਜ ਅਮਰੀਕਾ ਤੋਂ ਆ ਕੇ ਇੱਥੇ ਆਰਮੀ ਦੇ ਮੇਕ ਇਨ ਇੰਡੀਆ ਪ੍ਰੋਜੈਕਟ 'ਚ ਕੋਈ ਪ੍ਰੋਜੈਕਟ ਲੱਗਣਗੇ ਤੇ ਆਟੋਮੈਟਿਕਲੀ ਕਿਤੇ ਰੇਤਾ ਵਾਲੇ ਨੂੰ ਕੰਮ ਮਿਲੇਗਾ, ਕਿਤੇ ਟਰੱਕ ਵਾਲੇ ਨੂੰ ਕੰਮ ਮਿਲੇਗਾ, ਕਿਤੇ ਬਿਜਲੀ ਵਾਲੇ ਨੂੰ ਕੰਮ ਮਿਲੇਗਾ, ਕਿਤੇ ਇਹਨੂੰ ਰੈਨੋਵੇਟ ਕਰਨ ਵਾਲੇ ਨੂੰ ਪਾਣੀ, ਰੰਗ, ਟੰਗ, ਬਹੁਤ ਸਾਰਾ ਰੋਜ਼ਗਾਰ ਮਿਲੇਗਾ। ਔਰ ਇਹ ਜਿਹੜਾ ਇਹ ਮਾਣ ਦੀ ਗੱਲ ਸਾਡੇ ਲਈ ਜਿੱਥੇ ਹੈ ਉੱਥੇ ਦੇਸ਼ ਦੀ ਜ਼ਰੂਰਤ ਵੀ ਸੀ। ਅੱਜ ਇੱਕ ਸਮੇਂ ਸੀ ਕਿ ਸਾਡੇ ਨੇਤਾ ਜਾਂਦੇ ਸੀ, ਇਹ ਨਹੀਂ ਕਿ ਜਦੋਂ ਕੋਈ ਪ੍ਰਧਾਨ ਮੰਤਰੀ ਗਿਆ, ਨਰਿੰਦਰ ਮੋਦੀ ਜੀ ਚਾਹੇ ਬੀਜੇਪੀ ਦੇ ਕਾਰਜਕਰਤਾ ਸੀਗੇ, ਪਰ ਉਹ ਦੇਸ਼ ਦੇ ਸਨਮਾਨ। ਇੱਕ ਸਮੇਂ ਉਹ ਸੀ ਕਿ ਅਸੀਂ ਪਿਛਲੀ ਕਤਾਰ 'ਚ ਖੜੇ ਹੁੰਦੇ ਸੀ, ਅੱਜ ਅਸੀਂ ਜਿੱਥੇ ਖੜੇ ਹੁੰਦੇ ਹਾਂ ਉੱਥੋਂ ਕਤਾਰ ਸ਼ੁਰੂ ਹੋ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਨੂੰ ਆਪ ਪਿੱਛੋਂ ਜਾ ਕੇ ਅੱਗੇ ਆ ਕੇ ਅਮਰੀਕਾ ਵਰਗੇ ਦੇਸ਼ ਦੇ, ਆਸਟ੍ਰੇਲੀਆ ਵਰਗੇ ਦੇਸ਼ ਦੇ ਨੇਤਾ ਜਿਹੜੇ ਪ੍ਰਮੁੱਖ ਹੈ ਉਹ ਅੱਗੇ ਆ ਕੇ ਮਿਲ ਰਹੇ ਹੈ। ਇਹ ਇੱਕ ਸਾਰੇ ਹਿੰਦੁਸਤਾਨੀਆਂ ਦੀ ਜਿਹੜੀ ਇਕਜੁੱਟਤਾ ਹੈ ਔਰ ਤਾਕਤ ਹੈ। ਦੇਖੋ, ਸਾਡੇ ਦੇਸ਼ ਦੇ ਅੰਦਰ
ਲੋਕਾਂ ਦੇ ਵਿੱਚ ਕੋਈ ਕਮੀ ਨਹੀਂ ਹੈ। ਜਿੱਦਾਂ ਇਹਨਾਂ ਨੇ ਟੈਲੈਂਟ ਦੀ ਗੱਲ ਕੀਤੀ ਕਿ 60,000 ਦੇ ਕਰੀਬ ਉਹਨਾਂ ਨੂੰ ਹੋਰ ਇੰਜੀਨੀਅਰਸ ਚਾਹੀਦੇ ਆ ਵੱਖ-ਵੱਖ ਕੰਮਾਂ ਲਈ। ਇਹਦਾ ਮਤਲਬ ਟੈਲੈਂਟ ਜਿਹੜਾ ਹੈ ਉਹ ਸਾਡੇ ਦੇਸ਼ 'ਚ ਹੈ। ਉਸ ਟੈਲੈਂਟ ਨੂੰ ਅਸੀਂ ਕਿਤੇ ਨਾ ਕਿਤੇ, ਮੈਂ ਸਮਝਦਾ ਹੱਲੇ ਮੋਦੀ ਜੀ ਨੇ ਬਹੁਤ ਕੰਮ ਕੀਤਾ ਹੈ, ਪਰ ਹੱਲੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ ਕਿ ਜਿਹਦੇ ਨਾਲ ਸਾਡਾ ਮੁਲਕ ਉਹ ਮੁਲਕ ਸੀ ਕਿ ਜਿਹੜੀ ਸੋਨੇ ਦੀ ਚਿੜਿਆ ਸੀ। ਔਰ ਜਿਸ ਤਰ੍ਹਾਂ ਅਸੀਂ ਜਿਸ ਸਪੀਡ ਨਾਲ ਫਾਸਟਿੰਗ ਗਰੋਇੰਗ ਜੇ ਕੋਈ ਕੰਟਰੀ ਹੈ, ਇਕਨੋਮੀ ਕਿਸੇ ਦੇਸ਼ ਦੀ ਹੈ ਤਾਂ ਸਾਡੇ ਦੇਸ਼ ਦੀ ਹੈ। ਅੱਛਾ ਰੋਬਿਨ ਜੀ, ਇਹ ਦੱਸੋ ਕਿ ਭਾਰਤ ਅਤੇ ਚੀਨ ਦੇ ਜਿਹੜੇ ਸਬੰਧ ਨੇ ਉਹ ਥੋੜੇ ਜਿਹੇ ਕੁੜੱਤਣ ਭਰੇ ਹੈ। ਪਰ ਪ੍ਰਧਾਨ ਮੰਤਰੀ ਜਿਹੜੀ ਅਮਰੀਕਾ ਦਾ ਜਿਹੜਾ ਇਹ ਦੌਰਾ ਹੁਣ ਹੋਇਆ, ਇਹਦੇ ਨਾਲ ਭਾਰਤ ਤੇ ਚੀਨ ਦੇ ਸਬੰਧਾਂ ਤੇ ਕੀ ਫਰਕ ਪਏਗਾ? ਮੇਰਾ ਖਿਆਲ ਨਹੀਂ ਕੋਈ ਇੰਨਾ ਜ਼ਿਆਦਾ ਫਰਕ ਪਏਗਾ ਜੀ। ਭਾਰਤ ਦੀ ਕੂਟਨੀਤੀ ਅਗਰ ਪਿਛਲੇ ਕੁਝ ਸਾਲਾਂ ਤੋਂ ਦੇਖੋ ਤੇ ਉਹ ਇਸ ਤਰੀਕੇ ਦੀ ਹੈ ਜੀ ਕਿ ਭਾਰਤ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਜਿਹੜੇ ਸਾਡੇ ਕੂਟਨੀਤਿਕ ਨੇ ਜੀ ਉਹ ਇਹ ਮੰਨ ਕੇ ਚੱਲਦੇ ਨੇ ਕਿ ਸਾਊਥ ਏਸ਼ੀਆ ਦੀ ਇੱਕ ਬਹੁਤ ਵੱਡੀ ਪਿਕਚਰ ਹੈ, ਬਹੁਤ ਵੱਡਾ ਕੈਨਵਸ ਹੈ ਜਿਹਦੇ ਵਿੱਚ ਭਾਰਤ ਵੀ ਹੈ, ਚਾਈਨਾ ਵੀ ਹੈ, ਬਾਕੀ ਮੁਲਕ ਵੀ ਹੈ ਤੇ ਉਹਦੇ ਵਿੱਚ ਗਰੋਥ ਕਰਨ ਦੇ ਸਾਰਿਆਂ ਕੋ ਐਂਪਲ ਚਾਂਸਸ ਹੈਗੇ ਜੀ। ਦੂਸਰੀ ਗੱਲ, ਭਾਰਤ ਦੇ ਨਾਲ ਚਾਈਨਾ ਦੇ ਜਿਹੜੇ ਭਾਰਤ ਚਾਈਨਾ ਦੇ ਵਪਾਰਕ ਸੰਬੰਧ ਨੇ ਜੀ ਉਹ ਹਾਲੀ ਵੀ ਬਹੁਤ ਵਧੀਆ ਨੇ, ਉਹ ਘਟੇ ਨਹੀਂ ਗਏ। ਭਾਵੇਂ ਚਾਈਨਾ ਦੇ ਸਮਾਨ ਆਈ ਜਾ ਰਿਹਾ, ਬਾਹਰੋਂ ਬਿਲਕੁਲ ਆ ਵੀ ਰਿਹਾ ਔਰ ਟੈਕਨੋਲੋਜੀ ਵੀ ਇਸ ਤਰ੍ਹਾਂ ਨਹੀਂ ਹੈ ਕਿ ਵੀ ਚਾਈਨਾ ਦੇ ਨਾਲ ਅਗਰ ਅਰੁਣਾਚਲ ਪ੍ਰਦੇਸ਼ 'ਚ ਸਾਡਾ ਕੋਈ ਡਿਸਪਿਊਟ ਚੱਲ ਰਿਹਾ ਜਾਂ ਕਿਸੇ ਜਗ੍ਹਾ ਤੇ ਚੱਲ ਰਿਹਾ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਚਾਈਨਾ ਨਾਲ ਸਾਡੀ ਵਿਗੜ ਗਈ ਹੈ। ਇਹ ਕੂਟਨੀਤੀ ਹੈ ਜੀ। ਕੂਟਨੀਤੀ ਵਿੱਚ ਭਾਰਤ ਹਾਲੀ ਤੱਕ ਆਪਣੀ ਜਿਹੜੀ ਹੁਣ ਰੀਸੈਂਟਲੀ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਚੱਲੀ ਹੈ, ਹੁਣ ਵੀ ਜੈਸ਼ੰਕਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਰੀਸੈਂਟਲੀ, ਉਹਦੇ ਵਿੱਚ 9 ਸਾਲਾਂ ਵਿੱਚ ਕੀ ਕੁਝ ਉਪਲਬਧੀਆਂ ਸੀਗੀਆਂ ਉਹਦੇ ਬਾਰੇ ਜ਼ਿਕਰ ਕੀਤਾ, ਉਹਦੇ ਵਿੱਚ ਚਾਈਨਾ ਵੀ ਨਾਲ ਹੀ ਸੀਗਾ ਜੀ। ਦੋਸਤੋ, ਸਵਾਲ ਮੇਰੇ ਕੋਲ ਹਾਲੇ ਕਾਫੀ ਸੀ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਨੂੰ ਲੱਗਦਾ ਕਿ ਇਸੇ ਵਿਸ਼ੇ ਤੇ ਸਾਨੂੰ ਇੱਕ ਹੋਰ ਪ੍ਰੋਗਰਾਮ ਕਰਨਾ ਪੈਣਾ ਕਿਉਂਕਿ ਵਿਸ਼ਾ ਬਹੁਤ ਵੱਡਾ। ਸੋ ਮੇਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀਆਂ ਗੱਲਾਂ ਸਾਡੇ ਨਾਲ ਕੀਤੀਆਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।